ਅੱਜ NIA ਇੰਨੇ ਸਾਰੇ ਜਿਹੜੇ ਆ ਲੋਕਾਂ ਨੂੰ ਨੋਟਿਸ ਭੇਜ ਰਹੀ ਆ ਇਨਵੈਸਟੀਗੇਸ਼ਨ ਦੇ ਲਈ 26 ਤਰੀਕ ਨੇੜੇ ਆ ਕਿ 26 ਤਰੀਕ ਨੂੰ ਲੈ ਕੇ ਹੀ ਜਾਂ ਉਦਾਂ ਡਰਾਉਣ ਬਲ ਤੋੜਨ ਦੇ ਵਾਸਤੇ ਇਹ ਸਰਕਾਰ ਦੀ ਇੱਕ ਕਵਾਇਦ ਹੈ ਤੇ ਸਰਕਾਰਾਂ ਦੀਆਂ ਹਮੇਸ਼ਾ ਹੀ ਇਹ ਨੀਤੀਆਂ ਹੁੰਦੀਆਂ ਨੇ ਕਿ ਜਿਸ ਸੰਘਰਸ਼ ਦੇ ਵਿੱਚ ਜਿਹੜੇ ਵਿਅਕਤੀਗਤ ਸ਼ਖਸੀਅਤਾਂ ਦੀ ਨੌਜਵਾਨ ਲੋਕ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਜੁੜ ਕੇ ਗੱਲ ਨੂੰ ਸੁਣਦੇ ਤੋਂ ਬਾਅਦ ਜਿੰਨਾ ਚਿਰ ਉਹ ਤੋਂ ਬੰਦਾ ਸੁਰਖਰੂ ਨਹੀਂ ਹੋ ਜਾਂਦਾ, ਬੰਦਾ ਇੱਕ ਮਾਨਸਿਕ ਦਬਾਅ 'ਚ ਰਹਿੰਦਾ ਤਾਂ ਕਿਤੇ ਨਾ ਕਿਤੇ ਉਹਦਾ ਅਸਰ ਸੰਘਰਸ਼ ਤੇ ਪੈਂਦਾ ਹੈ। ਜਿਹੜੇ ਲੋਕ ਜਿਹੜੇ ਇੱਥੇ ਸੰਸਥਾਵਾਂ ਵੀ ਨੇ ਲੰਗਰ ਲਾਇਆ, ਲੰਗਰ ਲਾਉਣਾ ਇੱਕ ਪ੍ਰਥਾ ਆ ਸਿੱਖ ਧਰਮ ਦੀ, ਉਸ ਚੀਜ਼ ਨੂੰ ਕਿਸ ਤਰੀਕੇ ਨਾਲ, ਕਿਉਂਕਿ ਫੰਡ ਤਾਂ ਉਹਨਾਂ ਨੂੰ ਵੈਸੇ ਕਿਤੇੋਂ ਵੀ ਆ ਸਕਦੇ ਨੇ ਲੰਗਰ ਲਾਉਣ ਦੇ ਲਈ, ਤੇ ਲੰਗਰ ਨੂੰ ਸੰਘਰਸ਼ ਦੀ ਤਾਕਤ ਬਣਾਉਣ ਦੇ ਵਿੱਚ ਇਹਨਾਂ ਦੋ ਗੱਲਾਂ 'ਚ ਬੜਾ ਅੰਤਰ ਹੁੰਦਾ ਹੈ ਕਿਹਾ ਜਾ ਸਕਦਾ। ਸੋ ਉਹ ਲੰਗਰ ਪਹਿਲਾਂ ਵੀ ਲੱਗਦੇ ਸੀ, ਸੇਵਾ ਲੋਕ ਪਹਿਲਾਂ ਵੀ ਕਰਦੇ ਸੀ, ਪਰ ਹੁਣ ਤੁਸੀਂ ਇਹ ਵੇਖੋ ਨਾ ਕਿ ਇਹ ਜਿਹੜਾ ਸੰਘਰਸ਼ ਹੈ ਇਹਦੀ ਰੀੜ ਦੀ ਹੱਡੀ ਸਾਡੀ ਪੰਥਕ ਵਿਚਾਰਧਾਰਾ ਦੇ ਉਹ ਸੰਕਲਪ ਨੇ ਜਿਨ੍ਹਾਂ ਦੇ ਵਿੱਚ ਲੰਗਰ ਸਭ ਤੋਂ ਅਹਿਮ ਹੈ। ਜੀ ਤੁਸੀਂ ਦੇਖ ਰਹੇ ਹੋ KTV UK ਤੇ 26 ਤਰੀਕ ਦੀ ਜਿਹੜੀ ਤਿਆਰੀ ਹੈ ਉਹ ਕਿਸਾਨਾਂ ਵੱਲੋਂ ਕਰ ਲਈ ਗਈ ਹੈ। ਸਾਰੇ ਕਿਸਾਨ ਜੇ ਅਸੀਂ ਪਿੰਡਾਂ ਦੇ ਕਹੀਏ, ਹਰਿਆਣੇ ਤੋਂ, ਪੰਜਾਬ ਤੋਂ, ਸਾਰੇ ਦੇ ਸਾਰੇ ਇੱਥੇ ਆਉਣ ਲਈ ਤਿਆਰ ਨੇ ਕਿਉਂਕਿ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੱਢਿਆ ਜਾਣਾ ਆ। ਤੇ ਜੇ ਅਸੀਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਕੁਝ ਹੋਰ ਵੀ ਖੁਲਾਸੇ ਜਿਹੜੇ ਸਨਸਨੀਖੇਜ਼ ਸਾਹਮਣੇ ਆ ਰਹੇ ਨੇ। NIA ਵੱਲੋਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨੋਟਿਸ ਭੇਜਿਆ ਗਿਆ ਹੈ, ਇਨਵੈਸਟੀਗੇਸ਼ਨ ਹੋਣੀ, ਪੁੱਛਗਿੱਛ ਹੋਣੀ ਹੈ। ਹੁਣ ਉਹ ਕੀ ਹੈ ਤੇ ਕਿਉਂ ਭੇਜਿਆ ਗਿਆ ਆ, ਇਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਉਦੋਕੇ ਦੇ ਨਾਲ ਕਿ ਕੀ ਰੀਜ਼ਨ ਹੈ ਕਿ 26 ਤਰੀਕ ਤੋਂ ਪਹਿਲਾਂ ਇੱਕਦਮ ਹੀ ਇਹ ਜਿਹੜੇ ਲੋਕ ਨੇ, ਇਹਨਾਂ ਵਿੱਚ ਪੱਤਰਕਾਰ ਵੀ ਸ਼ਾਮਿਲ ਨੇ, ਇਹਨਾਂ ਵਿੱਚ ਕੁਝ ਸੰਸਥਾਵਾਂ ਦੇ ਜਿਹੜੇ ਨਾਮੀ ਗ੍ਰਾਮੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਆਗੂ ਵੀ ਸ਼ਾਮਿਲ ਨੇ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡਾ ਮੇਨ ਇਹੀ ਹੈ ਕਿ ਅੱਜ NIA ਇੰਨੇ ਸਾਰੇ ਜਿਹੜੇ ਆ ਲੋਕਾਂ ਨੂੰ ਨੋਟਿਸ ਭੇਜ ਰਹੀ ਆ ਇਨਵੈਸਟੀਗੇਸ਼ਨ ਦੇ ਲਈ 26 ਤਰੀਕ ਨੇੜੇ ਆ ਕਿ 26 ਤਰੀਕ ਨੂੰ ਲੈ ਕੇ ਹੀ ਜਾਂ ਉਦਾਂ ਡਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ? ਵੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜਿਹੜਾ ਸੰਘਰਸ਼ ਹੁੰਦਾ ਹੈ ਉਹ ਉਸ ਖੇਤਰ ਦੇ ਵਿੱਚ ਹੁੰਦਾ ਹੈ ਜਿਸ ਖੇਤਰ ਤੋਂ ਬਾਅਦ ਉਹਦੇ ਅਗਲੇ ਪੜਾਅ ਦੇ ਵਿੱਚ ਦਾਖਲ ਹੋ ਜਾਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 26 ਜਨਵਰੀ ਅੰਤਮ ਪੜਾਅ ਨਹੀਂ ਹੈ, ਪਰ 26 ਜਨਵਰੀ ਦੇ ਸਰਕਾਰੀ ਪ੍ਰਤੀਕਰਨ ਤੋਂ ਬਾਅਦ ਜਿਹੜੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਉਹਦੇ ਤੋਂ ਬਾਅਦ ਅਗਲੇ ਪੜਾਅ ਦੀਆਂ ਕਿਹੜੀਆਂ ਪਰਿਭਾਸ਼ਾਵਾਂ ਪੈਦਾ ਹੋਣਗੀਆਂ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਦੇ ਅੰਦਰ ਉਸ ਪ੍ਰਤੀ ਇੱਕ ਭੈ ਦਾ ਜਿਹੜਾ ਅੰਸ਼ ਹੈ ਉਹ ਮੌਜੂਦ ਹੈ ਕਿ ਪਤਾ ਨਹੀਂ 26 ਜਨਵਰੀ ਤੋਂ ਬਾਅਦ ਹਾਲਾਤ ਕਿਵੇਂ ਦੇ ਹੋਣਗੇ। ਭਾਵੇਂ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਦਾ ਪ੍ਰੋਗਰਾਮ ਵੀ ਜ਼ਾਬਤੇ ਦੇ ਅੰਦਰ ਰਹਿ ਕੇ ਹੋਵੇਗਾ। ਹੁਣ ਆ ਜਾਂਦੀ ਹੈ ਕਿ ਸਰਕਾਰ ਦੀ ਨੀਤੀ, ਉਹਦੇ ਵਿੱਚ ਜਿਹੜੇ ਵੀਰਾਂ ਨੂੰ, ਜਿਹੜੀਆਂ ਸ਼ਖਸੀਅਤਾਂ ਨੂੰ, ਜਿਹੜੀ ਕੇਂਦਰੀ ਜਾਂਚ ਏਜੰਸੀ ਹੈ NIA, ਉਹਦੇ ਵੱਲੋਂ ਜਿਹੜੇ ਨੋਟਸ ਜਾਰੀ ਹੋਏ ਨੇ ਅਨਲਾਫੁਲ ਐਕਟੀਵਿਟੀਜ਼ ਦੇ ਅੰਦਰ, ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਲੋਕਾਂ ਦਾ ਵਰਗੀਕਰਨ ਕਰਨਾ ਪਵੇਗਾ। ਉਹਦੇ ਵਰਗੀਕਰਨ ਦੇ ਵਿੱਚ ਵੇਖੋਗੇ ਕਿ ਉਹ ਵਿਅਕਤੀਗਤ ਲੋਕ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਉਹਨੂੰ ਉਤੇਜਿਤ ਕਰਨ ਦੀ ਸਹੀ ਦਿਸ਼ਾ ਵੱਲ ਕਾਰਜਸ਼ੀਲ ਨੇ। ਜੇ ਸਟੇਟ ਦਾ ਜਿਹੜਾ ਮੀਡੀਆ ਹੈ ਉਹ ਸੰਘਰਸ਼ ਨੂੰ ਬਦਨਾਮ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਜਿਹੜਾ ਮੀਡੀਆ ਉਹਦੇ ਖਿਲਾਫ ਇਸ ਸੰਘਰਸ਼ ਦੀ ਹਮਾਇਤ ਦੀ ਗੱਲ ਕਰ ਰਿਹਾ ਉਸ ਮੀਡੀਆ ਨਾਲ ਜੁੜੇ ਹੋਏ ਲੋਕਾਂ ਨੂੰ ਨੇ, ਚਾਹੇ ਬਲਤੇਜ ਨੇ, ਚਾਹੇ ਜਸਵੀਰ ਸਿੰਘ ਹੁਣੀ ਨੇ। ਉਸ ਤੋਂ ਬਾਅਦ ਜਿਹੜੀ ਇਸ ਸੰਘਰਸ਼ ਨੂੰ ਇੰਨੇ ਲੰਬੇ ਸਮੇਂ ਤੱਕ ਚਲਾਉਣ ਦੇ ਪਿੱਛੇ ਵਿਚਾਰਧਾਰਾ ਹੈ ਉਹਦੇ ਨਾਲ ਸੰਬੰਧਿਤ ਜੁੜੀਆਂ ਪੰਥਕ ਸ਼ਖਸੀਅਤਾਂ ਨੇ। ਉਹਦੇ ਵਿੱਚ ਦੀਪ ਸਿੱਧੂ ਦਾ ਬ੍ਰਦਰ ਹੈ ਮਨਦੀਪ ਹੁਣੀ, ਜਿਨ੍ਹਾਂ ਨੇ ਬੇਸ਼ੱਕ ਸੰਘਰਸ਼ 'ਚ ਸਾਹਮਣੇ ਨਹੀਂ ਆਏ ਪਰ ਉਸ ਪਰਿਵਾਰ ਦੇ ਬੱਚੇ ਦਾ ਸੰਘਰਸ਼ ਨੂੰ ਇਸ ਰੂਪ 'ਚ ਚਲਾਉਣ ਦੇ ਵਿੱਚ ਕਿ ਹੋਣ ਦੀ ਜੰਗ ਹੈ, ਖੁਦ ਮੁਖਤਿਆਰੀ ਦੀ ਗੱਲ ਹੈ, ਇੱਕ ਵੱਡਾ ਯੋਗਦਾਨ ਹੈ। ਤੀਜੀ ਗੱਲ ਹੈ ਕੁਝ ਸਮਾਜ ਸੇਵੀ ਸ਼ਖਸੀਅਤਾਂ ਤੇ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜਾ ਪੰਥਕ ਅੰਸ਼ ਸੀ ਉਹਨੂੰ ਨਕਾਰਾਤਮਕ ਰਵੱਈਏ ਦੇ ਵਿੱਚ ਧਾਰਨ ਨਹੀਂ ਹੋਣ ਦਿੱਤਾ ਜਾਂ ਤਬਦੀਲ ਨਹੀਂ ਹੋਣ ਦਿੱਤਾ। ਸੋ ਇਸ ਕਰਕੇ ਇਸ ਤੋਂ ਬੜਾ ਸਪਸ਼ਟ ਹੈ ਕਿ ਇਸ ਸੰਘਰਸ਼ ਦੀ ਜਿਹੜੀ ਚਾਲਕ ਸ਼ਕਤੀ ਹੈ ਪੰਥਕ ਵਿਚਾਰਧਾਰਾ, ਜ਼ਿਆਦਾਤਰ ਜਿਹੜੇ ਨੇ ਉਹ NIA ਦੇ ਨੋਟਸ ਉਹਨਾਂ ਲੋਕਾਂ ਨੂੰ ਹੀ ਆਏ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਨੇ। ਉਹਦਾ ਮਤਲਬ ਇਹ ਹੈ ਕਿ ਜਿਹੜਾ 26 ਦਾ ਪ੍ਰੋਗਰਾਮ ਹੈ ਉਹਦੇ ਵਿੱਚ ਇਹ ਸਰਗਰਮ ਲੋਕ ਹੀ ਲੋਕਾਂ ਨੂੰ ਆਮਦ ਦੇ ਵਾਸਤੇ ਵਧੀਆ ਰੂਪ ਦੇ ਵਿੱਚ ਲਾਮਬੰਦ ਜ਼ਾਬਤੇ 'ਚ ਰਹਿ ਕੇ ਕਰ ਸਕਦੇ ਸੀ।
ਤੇ ਸਰਕਾਰਾਂ ਦੀਆਂ ਹਮੇਸ਼ਾ ਹੀ ਇਹ ਨੀਤੀਆਂ ਹੁੰਦੀਆਂ ਨੇ ਕਿ ਜਿਸ ਸੰਘਰਸ਼ ਦੇ ਵਿੱਚ ਜਿਹੜੇ ਵਿਅਕਤੀਗਤ ਸ਼ਖਸੀਅਤਾਂ ਦੀ ਨੌਜਵਾਨ ਲੋਕ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਜੁੜ ਕੇ ਗੱਲ ਨੂੰ ਸੁਣਦੇ ਨੇ, ਉਹਨਾਂ ਨੂੰ ਗੱਲ ਸੁਣਾਉਣ ਵਾਲਿਆਂ ਨੂੰ ਮਾਨਸਿਕ ਦਬਾਅ ਦੇ ਦਾਇਰੇ 'ਚ ਲਿਆਂਦਾ ਜਾਵੇ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਨੋਟਿਸ ਜਿਹੜੇ ਹੁੰਦੇ ਨੇ ਉਹ ਭੇਜੇ ਜਾਂਦੇ ਨੇ, ਭਾਵੇਂ ਕਿ ਨੋਟਿਸ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਉੱਪਰ UAPA ਦੇ ਅਧੀਨ ਜਿਹੜਾ ਕੇਸ ਦਰਜ ਹੋ ਗਿਆ, ਪਰ ਕਿਤੇ ਨਾ ਕਿਤੇ ਤਰੀਕਾਂ ਦੇ ਉੱਪਰ ਜਾਣਾ ਪੈਂਦਾ ਹੈ, ਉਹਨਾਂ ਦੇ ਸੱਦੇ ਦੇ ਉੱਪਰ ਜਾਣਾ ਪੈਂਦਾ ਹੈ। ਉਸ ਤੋਂ ਬਾਅਦ ਜਿੰਨਾ ਚਿਰ ਉਹ ਤੋਂ ਬੰਦਾ ਸੁਰਖਰੂ ਨਹੀਂ ਹੋ ਜਾਂਦਾ, ਬੰਦਾ ਇੱਕ ਮਾਨਸਿਕ ਦਬਾਅ 'ਚ ਰਹਿੰਦਾ ਹੈ। ਸੰਘਰਸ਼ ਦੇ ਇਸ ਕਹਿ ਸਕਦੇ ਹੋ ਕਿ ਮੋੜ ਵਾਲੇ ਪੜਾਅ ਦੇ ਉੱਪਰ ਜਦੋਂ ਬੰਦਾ ਮਾਨਸਿਕ ਦਬਾਅ ਦੇ ਵਿੱਚ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਉਹਦਾ ਅਸਰ ਸੰਘਰਸ਼ ਤੇ ਪੈਂਦਾ ਹੈ। ਇਸ ਕਰਕੇ ਕਹਿ ਸਕਦੇ ਹੋ ਕਿ ਮਨੋਬਲ ਤੋੜਨ ਦੇ ਵਾਸਤੇ ਇਹ ਸਰਕਾਰ ਦੀ ਇੱਕ ਕਵਾਇਦ ਹੈ। ਅਸੀਂ ਕਹਿੰਦੇ ਆ ਕਿ ਜਿਹੜੇ ਲੋਕ ਜਿਹੜੇ ਇੱਥੇ ਸੰਸਥਾਵਾਂ ਵੀ ਨੇ, ਲੰਗਰ ਲਾਇਆ ਹੈ, ਲੰਗਰ ਲਾਉਣਾ ਇੱਕ ਪ੍ਰਥਾ ਆ ਸਿੱਖ ਧਰਮ ਦੀ, ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ, ਕਿਉਂਕਿ ਫੰਡ ਤਾਂ ਉਹਨਾਂ ਨੂੰ ਵੈਸੇ ਕਿਤੇੋਂ ਵੀ ਆ ਸਕਦੇ ਨੇ ਲੰਗਰ ਲਾਉਣ ਦੇ ਲਈ। ਜਿਹੜਾ ਬੰਦਾ ਲੰਗਰ ਲਾ ਕੇ ਬੈਠਾ ਆ, ਉਹ ਪਹਿਲਾਂ ਵੀ ਤਾਂ ਲੰਗਰ ਬਹੁਤ ਸਾਰੇ, ਜੇ ਅਸੀਂ ਖਾਲਸਾ ਏਡ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਹੋਰ ਸੰਸਥਾ ਦੀ ਗੱਲ ਕਰਦੇ ਹਾਂ, ਜਦੋਂ ਵੀ ਕਿਤੇ ਕੋਈ ਭੀੜ ਹੁੰਦੀ ਆ ਤਾਂ ਲੰਗਰ ਲਾਏ ਜਾਂਦੇ ਨੇ। ਅਚਾਨਕ ਹੀ ਜਿਹੜਾ ਆ ਸਰਕਾਰਾਂ ਨੂੰ ਜਾਂ ਅਸੀਂ ਕਹਿ ਲਈਏ NIA ਨੂੰ ਕਿਉਂ ਯਾਦ ਆ ਗਿਆ ਕਿ ਅੱਜ ਦੇ ਦਿਨ ਹੀ ਜਾਂ 2-4 ਦਿਨਾਂ ਦੇ ਵਿੱਚ ਹੀ ਇਹਨਾਂ ਸੰਸਥਾਵਾਂ ਨੂੰ ਨੋਟਿਸ ਭੇਜੇ ਜਾਣੇ ਨੇ? ਪਹਿਲਾਂ ਵੀ ਤਾਂ ਬਹੁਤ ਸਮੇਂ ਤੋਂ ਇਹ ਕਾਰਜਸ਼ੀਲ ਨੇ, ਇਹ ਅੱਜ ਪਹਿਲੇ ਦਿਨ ਤਾਂ ਨਹੀਂ। ਵੇਖੋ, ਉਹਦੇ 'ਚ ਇਹ ਹੁੰਦਾ ਕਿ ਲੰਗਰ ਲਾਉਣ ਦੇ ਵਿੱਚ ਤੇ ਲੰਗਰ ਨੂੰ ਸੰਘਰਸ਼ ਦੀ ਤਾਕਤ ਬਣਾਉਣ ਦੇ ਵਿੱਚ ਇਹਨਾਂ ਦੋ ਗੱਲਾਂ 'ਚ ਬੜਾ ਅੰਤਰ ਹੁੰਦਾ ਹੈ। ਇਹਦੇ ਕੋਈ ਸ਼ੱਕ ਨਹੀਂ ਕਿ ਸਾਡੀਆਂ ਧਾਰਮਿਕ ਸੰਕਲਪ ਔਰ ਪਰੰਪਰਾਵਾਂ ਦਾ ਹਿੱਸਾ ਹੈ ਲੰਗਰ, ਜਿਹੜਾ ਧਰਮ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਸੋ ਉਹ ਲੰਗਰ ਪਹਿਲਾਂ ਵੀ ਲੱਗਦੇ ਸੀ, ਸੇਵਾ ਲੋਕ ਪਹਿਲਾਂ ਵੀ ਕਰਦੇ ਸੀ, ਪਰ ਹੁਣ ਤੁਸੀਂ ਇਹ ਵੇਖੋ ਨਾ ਕਿ ਇਹ ਜਿਹੜਾ ਸੰਘਰਸ਼ ਹੈ, ਇਹਦੀ ਰੀੜ੍ਹ ਦੀ ਹੱਡੀ ਸਾਡੀ ਪੰਥਕ ਵਿਚਾਰਧਾਰਾ ਦੇ ਉਹ ਸੰਕਲਪ ਨੇ ਜਿਨ੍ਹਾਂ ਦੇ ਵਿੱਚ ਲੰਗਰ ਸਭ ਤੋਂ ਅਹਿਮ ਹੈ। ਹੁਣ ਤੁਸੀਂ ਵੀ ਇੰਨੇ ਦਿਨਾਂ ਦੇ ਇੱਥੇ ਸੇਵਾ ਕਰ ਰਹੇ ਹੋ, ਤੁਸੀਂ ਵੇਖੋ ਜੇ ਇੱਥੇ ਲੰਗਰ ਨਾ ਹੋਵੇ ਤੇ ਇੱਥੇ ਵੱਖਰੀ ਗੱਲ ਹੈ, ਖੱਬੇ ਪੱਖੀ ਲੋਕ ਜਿੰਨੀਆਂ ਮਰਜ਼ੀ ਗੱਲਾਂ ਕਰਨ, ਲੈਫਟਿਸਟ ਲੋਕ ਜਿੰਨੀਆਂ ਮਰਜ਼ੀ ਗੱਲਾਂ ਕਰਨ, ਹੋਰ ਬੰਦੇ ਜਿੰਨੀਆਂ ਮਰਜ਼ੀ ਗੱਲਾਂ ਕਰਨ, ਪਰ ਤੁਸੀਂ ਇਹ ਤਾਂ ਮਹਿਸੂਸ ਕਰਦੇ ਹੋ ਨਾ ਕਿ ਜੇ ਕਿਤੇ ਇੱਥੇ ਪੰਥਕ ਵਿਚਾਰਧਾਰਾ ਦੇ ਲੰਗਰ ਵਰਗੇ, ਸੇਵਾ ਵਰਗੇ ਸੰਕਲਪ ਜਿਹੜੇ ਨੇ ਉਹ ਦ੍ਰਿਸ਼ਮਾਨ ਨਾ ਹੋਣ ਤੇ ਸੰਘਰਸ਼ ਇੰਨਾ ਲੰਬਾ ਚੱਲ ਹੀ ਨਹੀਂ ਸਕਦਾ। ਸੋ ਇਹ ਸਰਕਾਰ ਨੂੰ ਵੀ ਪਤਾ ਹੈ ਕਿ ਸੰਘਰਸ਼ ਬੇਸ਼ੱਕ ਕਿਸਾਨਾਂ ਦਾ ਹੈ, ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਪਰ ਇਸ ਸੰਘਰਸ਼ ਦਾ ਲੰਬੇ ਸਮੇਂ ਦੇ ਵਾਸਤੇ ਚੱਲਣਾ, ਸਬਰ ਸ਼ਾਂਤੀ ਨਾਲ ਚੱਲਣਾ, ਲੋਕਾਂ ਦਾ ਇਹਦੇ ਨਾਲ ਜੁੜਨਾ, ਉਹਦੇ ਵਿੱਚ ਪੰਥ ਦੀਆਂ ਜਿਹੜੀਆਂ ਸੁਨਹਿਰੀ ਪਰੰਪਰਾਵਾਂ ਨੇ, ਇਸ ਕਰਕੇ ਉਹਨਾਂ ਪਰੰਪਰਾਵਾਂ ਦੇ ਉੱਪਰ ਹੀ ਸਰਕਾਰੀ ਕਹਾੜਾ ਚੱਲ ਰਿਹਾ। ਇੱਕ ਗੱਲ ਖਾਸ ਸੀਗੀ ਰਾਜੇਵਾਲ ਸਾਹਿਬ ਵੱਲੋਂ ਮੇਨ ਸਟੇਜ ਤੋਂ ਜਿਹੜਾ ਨਿਸ਼ਾਨ ਸਾਹਿਬ ਉਹਦੇ ਬਾਰੇ ਕਿਹਾ ਜਾਂਦਾ ਹੈ। ਮੈਂ ਨਿਸ਼ਾਨ ਸਾਹਿਬ ਜਿਹੜੇ ਲਗਾਏ ਗਏ ਉਹਨਾਂ ਦੀ ਗੱਲ ਨਹੀਂ ਕਰੂੰਗੀ। ਟਰੈਕਟਰਾਂ ਤੇ ਵੀ ਛੋਟੇ ਛੋਟੇ ਨਿਸ਼ਾਨ ਸਾਹਿਬ ਛੋਟੇ ਝੰਡਿਆਂ ਦੇ ਰੂਪ ਵਿੱਚ ਲਗਾਏ ਗਏ ਨੇ। ਮੈਂ ਦੇਖਿਆ ਵੀ ਕੁਝ ਸੰਸਥਾਵਾਂ ਵੱਲੋਂ ਵੀ ਇਹਦਾ ਪ੍ਰਤੀਕਰਮ ਵੀ ਦਿੱਤਾ ਜਾ ਰਿਹਾ ਵੀ ਇਹਨਾਂ ਨੂੰ ਨਾ ਲਗਾਓ। ਕੀ ਲੱਗਦਾ ਹੈ ਕਿ ਨਿਸ਼ਾਨ ਸਾਹਿਬ ਤਾਂ ਵੈਸੇ ਇੱਕ ਧਰਮ ਦੀ ਅਗਵਾਈ ਹੈ, ਜਦੋਂ ਕਿਤੇ ਫੌਜੀ ਆਰਮੀ ਵਾਲੇ ਵੀ ਜਾਂਦੇ ਨੇ ਉੱਥੇ ਵੀ ਉਹ ਨਿਸ਼ਾਨ ਸਾਹਿਬ ਨਾਲ ਲੈ ਕੇ ਜਾਂਦੇ ਨੇ। ਇਹ ਇੱਕ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਨਿਸ਼ਾਨ ਸਾਹਿਬ ਉੱਥੇ ਲੱਗਦਾ ਹੈ, ਰਾਜੇਵਾਲ ਜੀ ਨੇ ਖਾਸ ਤੌਰ ਤੇ ਕਿਹਾ ਵੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਅਸੀਂ ਮੰਨਦੇ ਹਾਂ ਨਿਸ਼ਾਨ ਸਾਹਿਬ ਉੱਥੇ ਲੱਗਦਾ ਹੈ, ਪਰੰਤੂ ਜੇ ਅਸੀਂ ਬਾਕੀਆਂ ਦੀ ਗੱਲ ਕਰਦੇ ਹਾਂ ਤਾਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨਿਸ਼ਾਨ ਸਾਹਿਬ ਜਿੱਥੇ ਹੁੰਦਾ ਹੈ ਉੱਥੇ ਲੰਗਰ ਦੀ ਪਰੰਪਰਾ ਹੁੰਦੀ ਹੈ, ਉੱਥੇ ਅਸੀਂ ਆਪਣੇ ਧਰਮ ਨੂੰ ਰਿਪਰੈਜ਼ੈਂਟ ਕਰਦੇ ਹਾਂ। ਛੋਟੇ ਛੋਟੇ ਨਿਸ਼ਾਨ ਸਾਹਿਬ ਟਰੈਕਟਰਾਂ ਤੇ ਲੱਗੇ ਨੇ। ਕੀ ਲੱਗਦਾ ਹੈ ਕਿ ਜਦੋਂ ਸਾਡੇ ਆਗੂ, ਕਿਸਾਨ ਆਗੂ ਇਹੋ ਜਿਹੇ ਬਿਆਨ ਦਿੰਦੇ ਨੇ, ਉਹਨਾਂ ਦਾ ਕੀ ਅਸਰ ਜਿਹੜਾ ਨੌਜਵਾਨਾਂ ਤੇ ਪੈਂਦਾ? ਵੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਰਾਜੇਵਾਲ ਸਾਹਿਬ ਉਹਨਾਂ ਦੇ ਇੱਕ ਬਿਆਨ ਦੇ ਮੁਤਾਬਕ ਖੁਦ ਅੰਮ੍ਰਿਤਧਾਰੀ ਵੀ ਨੇ ਔਰ ਕਹਿ ਸਕਦੇ ਹਾਂ ਕਿ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਇੱਕ ਸੁਲਝੇ ਇਨਸਾਨ ਮੰਨ ਸਕਦੇ ਹਾਂ, ਪਰ ਜਿਹੜੀਆਂ 2-3 ਉਹਨਾਂ ਦੀਆਂ ਸਟੇਟਮੈਂਟਸ ਇਸ ਤਰ੍ਹਾਂ ਦੀਆਂ ਆਈਆਂ ਨੇ, ਉਹਨਾਂ ਦੇ ਨਾਲ ਸੰਗਤ ਦੇ ਮਨਾਂ ਨੂੰ ਠੇਸ ਜ਼ਰੂਰ ਪਹੁੰਚੀ ਹੈ। ਪਹਿਲੀ ਗੱਲ ਤਾਂ ਇਹ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਅਸੀਂ ਲਾਂਭੇ ਵੀ ਕਰ ਲਈਏ, ਇਹ ਤਾਂ ਹਿੰਦੁਸਤਾਨ ਦੀ ਸਰਕਾਰ ਵੀ ਮੰਨਦੀ ਹੈ ਵੀ ਜੇਕਰ ਸਿੱਖ ਰੈਜੀਮੈਂਟ ਨੇ ਵੀ ਬਾਰਡਰ ਦੇ ਉੱਪਰ ਇਸ ਦੇਸ਼ ਦੀ ਰੱਖਿਆ ਵਾਸਤੇ ਜਾਣਾ ਹੈ ਤੇ ਅਗਵਾਈ ਉਸ ਦੀ ਵੀ ਨਿਸ਼ਾਨ ਸਾਹਿਬ ਕਰ ਰਿਹਾ ਹੁੰਦਾ ਹੈ। ਜੇਕਰ ਇਸ ਦੇਸ਼ ਦੇ ਵਿੱਚ ਕਿਤੇ ਹੜ੍ਹ ਆਉਂਦੇ ਨੇ, ਕਿਤੇ ਭੁਚਾਲ ਆਉਂਦੇ ਨੇ ਤੇ ਲੋਕਾਂ ਨੂੰ ਜਦੋਂ ਲੋੜ ਹੁੰਦੀ ਆ ਰਾਹਤ ਦੀ, ਤੇ ਜਿਹੜੀਆਂ ਸਿੱਖ ਸੰਸਥਾਵਾਂ ਉੱਥੇ ਕਾਰਜਸ਼ੀਲ ਹੁੰਦੀਆਂ ਨੇ ਉਹਨਾਂ ਦੀ ਅਗਵਾਈ ਵੀ ਨਿਸ਼ਾਨ ਸਾਹਿਬ ਕਰ ਰਿਹਾ ਹੁੰਦਾ। ਸੋ ਜੇ ਰੱਖਿਆ ਦੇ ਵਾਸਤੇ ਵਰਤੀਏ, ਸੇਵਾ ਦੇ ਵਾਸਤੇ ਵਰਤੀਏ, ਉਦੋਂ ਤਾਂ ਨਿਸ਼ਾਨ ਸਾਹਿਬ ਰੱਖਿਆ ਦਾ ਪ੍ਰਤੀਕ ਹੈ, ਰੱਖਿਆ ਦਾ ਜਾਮਨ ਹੈ, ਪਰ ਜਦੋਂ ਸੰਘਰਸ਼ ਦੇ ਵਿੱਚ ਆਉਂਦਾ ਹੈ ਫਿਰ ਉਹਦੇ ਵਿੱਚੋਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਉਹਨੂੰ ਸਾਡੇ ਕਦੀ ਖਾਲਿਸਤਾਨ ਦੇ ਨਾਲ, ਕਦੀ ਅੱਤਵਾਦੀ ਗਤੀਆਂ ਦੇ ਨਾਲ ਜੋੜ ਕੇ ਜਿਹੜਾ ਸਰਕਾਰ ਵੱਲੋਂ ਤਾਂ ਇਸ ਤਰ੍ਹਾਂ ਦੇ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ, ਪਰ ਇਸ ਲੀਡਰਸ਼ਿਪ ਦੇ ਵੱਲੋਂ ਕੀਤਾ ਜਾਣਾ ਜਿਹੜਾ ਕਾਫੀ ਦੁਖਦਾਈ ਹੈ। ਦੂਜੀ ਗੱਲ ਕਿ ਉਹਨਾਂ ਨੇ ਸਟੇਜ ਦੇ ਉੱਪਰੋਂ ਕੱਲ ਪਰਸੋਂ ਵੀ ਇਹ ਗੱਲ ਕਹੀ ਕਿ ਇੱਥੇ ਸ਼ਰਾਰਤੀ ਤੱਤ ਨੇ ਜਿਹੜੇ ਲਾਲ ਕਿਲੇ ਤੇ ਝੰਡਾ ਲਾਉਣ ਦੀ ਗੱਲ ਕਰਦੇ ਨੇ, ਇਵੇਂ ਉਕਸਾਉਂਦੇ ਨੇ, ਭੜਕਾਉਂਦੇ ਨੇ।
ਵੇਖੋ ਜਥੇਬੰਦਕ ਢਾਂਚੇ ਤੋਂ ਬਾਹਰ ਇਹ ਤਾਂ ਅਸੀਂ ਸ਼ਰਾਰਤੀ ਬੰਦੇ ਦੋ ਤਿੰਨ ਹੀ ਮੰਨੇ ਜਾ ਸਕਦੇ। ਦੀਪ ਸਿੱਧੂ ਨੇ, ਲੱਖਾ ਸਦਾੜਾ, ਮੇਰਾ ਨਾਮ ਆਉਂਦਾ ਹੈ। ਪਰ ਅਸੀਂ ਕਿਸੇ ਚੈਨਲ ਨੂੰ, ਕਿਸੇ ਮੀਡੀਆ ਨੂੰ ਅਜੇ ਤੱਕ ਇਹ ਗੱਲ ਕਹੀ ਨਹੀਂ, ਜਾਂ ਜਿਹੜੇ ਵੀਰ ਇੱਥੇ ਥੋੜੀ ਜੀ ਖਾਲਸਾ ਰਾਜ ਦੀ ਵਿਚਾਰਧਾਰਾ ਵਾਲੇ ਹੈ ਵੀ ਨੇ, ਕਿਸੇ ਨੇ ਕੋਈ ਨਾਰਾ ਨਹੀਂ ਮਾਰਿਆ, ਕਿਸੇ ਨੇ ਕੋਈ ਝੰਡਾ ਨਹੀਂ ਲਾਇਆ, ਕਿਸੇ ਨੇ ਝੰਡਾ ਲਾਉਣ ਦੀ ਗੱਲ ਨਹੀਂ ਕੀਤੀ। ਸੋ ਉਹ ਜਿੰਨੀਆਂ ਵੀ ਉਹਨਾਂ ਨੇ ਗੱਲਾਂ ਦਾ ਖੰਡਨ ਕੀਤਾ ਹੈ, ਉਹ ਸਾਰੀਆਂ ਗੱਲਾਂ ਉਹਨਾਂ ਦੀ ਵੱਡੀ ਸਟੇਜ ਦੇ ਉੱਪਰੋਂ ਹੋਈਆਂ ਨੇ। ਸੋ ਆਪਣੀ ਜਿਹੜੀ ਮੰਚ ਸੰਚਾਲਨ ਦੀ ਨਾਕਾਮੀ ਹੈ ਉਹ ਸਾਡੇ ਸਿਰ ਨਾ ਸੁੱਟਣ। ਜੇ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਕਿ ਅਸੀਂ ਜਿਹੜਾ ਵਾ ਦੇਸ਼ ਦੇ ਕਿਸੇ ਲੀਡਰ ਦਾ ਸਿਰ ਵੱਢ ਸਕਦੇ ਹਾਂ, ਅਸੀਂ ਉੱਥੇ ਜਾ ਕੇ ਝੰਡਾ ਲਹਿਰਾ ਸਕਦੇ ਹਾਂ, ਅਸੀਂ ਪਾਰਲੀਮੈਂਟ ਨੂੰ ਘੇਰਾ ਪਾ ਸਕਦੇ ਹਾਂ, ਅਸੀਂ ਪਾਰਲੀਮੈਂਟ ਦੇ ਅੰਦਰ ਜਾ ਕੇ ਕਬਜ਼ਾ ਕਰ ਸਕਦੇ ਹਾਂ, ਇਹ ਜਿੰਨੀਆਂ ਵੀ ਗੱਲਾਂ ਹੋਈਆਂ ਇਹ ਉਹਨਾਂ ਦੇ ਮੰਚ ਦੇ ਉੱਪਰੋਂ ਹੋਈਆਂ। ਤੇ ਜੇ ਇਹ ਗੱਲਾਂ ਕਰਨ ਵਾਲੇ ਸ਼ਰਾਰਤੀ ਅੰਸਰ ਹੈ ਤੇ ਫਿਰ ਇਹਦਾ ਮਤਲਬ ਕਿ ਸ਼ਰਾਰਤੀ ਅੰਸਰ ਉਹ 'ਚ ਸਟੇਜ ਵਾਲੇ ਆ, ਨਾ ਕਿ ਅਸੀਂ ਲੋਕ। ਸੋ ਪਹਿਲੀ ਗੱਲ ਤੇ ਉਹਨਾਂ ਨੂੰ ਆਪਣੇ ਆਪ ਵੱਲ ਝਾਤੀ ਮਾਰਨੀ ਚਾਹੀਦੀ ਹੈ ਕਿ ਇਵੇਂ ਦੀਆਂ ਗੱਲਾਂ ਕਰਨ ਔਰ ਬਿਆਨ ਦੇਣ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਹੈ ਕਿ ਬਿਆਨ ਦਿੱਤਾ ਕਿਸ ਨੇ ਹੈ ਤੇ ਦਿੱਤਾ ਕਿਸ ਜਗ੍ਹਾ ਤੋਂ ਹੈ। ਸੋ ਇਹ ਮੈਂ ਬਾਰ-ਬਾਰ ਉਹਨਾਂ ਨੂੰ ਫਿਰ ਬੇਨਤੀ ਵੀ ਕਰਦਾ ਕਿ ਇਹ ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਪੰਥਕ ਵਿਚਾਰਧਾਰਾ ਜਿਹੜੀ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ, ਦੇਸ਼ ਦੇ ਰੂਪ 'ਚ ਵੀ ਹੈ, ਅਣਦੇਸ਼ ਦੇ ਰੂਪ 'ਚ ਵੀ ਹੈ। ਤੇ ਕੋਈ ਵੀ ਇਹੀ ਬਿਆਨਬਾਜ਼ੀ ਨਾ ਕਰਨ ਜਿਹਦੇ ਨਾਲ ਪੰਥ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਪਹੁੰਚੇ। ਗੱਲ ਹੋਈ ਸੀਗੀ ਕਿ ਰਾਜੇਵਾਲ ਨੇ, ਤੁਸੀਂ ਕੱਲ ਪਰਸੋਂ ਦੀ ਗੱਲ ਕੀਤੀ ਹੈ, ਉਦੋਂ ਕਿਹਾ ਗਿਆ ਵੀ ਖਾਸ ਤੌਰ ਤੇ ਵੀ ਜਿਹੜੇ ਇਹੋ ਜਿਹੀ ਵਿਚਾਰਧਾਰਾ ਲੈ ਕੇ ਬੈਠੇ ਹੋਏ ਨੇ, ਹਾਲਾਂਕਿ ਕਿਸੇ ਵੀ ਅਸੀਂ ਨੌਜਵਾਨ ਦੀ ਗੱਲ ਕਰਦੇ ਹਾਂ, ਕਿਸੇ ਬਜ਼ੁਰਗ ਦੀ ਗੱਲ ਕਰਦੇ ਹਾਂ, ਕਿਸੇ ਬੀਬੀ ਦੀ ਗੱਲ ਕਰਦੇ ਹਾਂ, ਸਭ ਦਾ ਕਹਿਣਾ ਇਹੀ ਹੈ ਕਿ ਕਿਸਾਨੀ ਸੰਘਰਸ਼ ਲਈ ਆਏ ਹੋਏ ਆ। ਕਿਸੇ ਦਾ ਕੋਈ ਵੱਖਵਾਦੀਆਂ ਨਾਲ ਸੰਬੰਧ ਨਹੀਂ ਹੈ, ਕਿਸੇ ਦਾ ਕੋਈ ਮਾਓਵਾਦੀਆਂ ਨਾਲ ਸੰਬੰਧ ਨਹੀਂ ਹੈ। ਸਭ ਦੇ ਸਭ ਇੱਕ ਹੀ ਉਹਨਾਂ ਦਾ ਟੀਚਾ ਹੈਗਾ ਹੈ ਕਿ ਕਿਸਾਨ ਕਾਨੂੰਨ ਜਿਹੜੇ ਉਹ ਰੱਦ ਕਰਾਉਣੇ ਨੇ। ਉੱਥੇ ਇੱਕ ਜ਼ਿੰਮੇਵਾਰ ਬੰਦੇ ਵੱਲੋਂ ਇਹ ਬਿਆਨਬਾਜ਼ੀ ਕਰਨੀ ਕਿ ਉਹ ਵਾਪਸ ਜਾ ਸਕਦੇ ਨੇ ਜਿਹੜੇ ਵੱਖਰੇ ਦੇਸ਼ ਦੀ ਮੰਗ ਕਰਦੇ ਨੇ। ਸਭ ਜੇ ਰਾਜੇਵਾਲ ਜੀ ਜਾਣਦੇ ਨੇ ਕਿ ਇਹ ਲੋਕ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਕਿਸਾਨੀ ਮੁੱਦਿਆਂ ਨੂੰ ਲੈ ਕੇ ਆਏ ਹੋਏ ਨੇ, ਤੇ ਉੱਥੇ ਇੱਕ ਜ਼ਿੰਮੇਵਾਰ ਬੰਦਾ ਜਦੋਂ ਸਟੇਜ ਤੇ ਗੱਲ ਕਰਦਾ ਹੈ ਤਾਂ ਉਹਦਾ ਨੈਸ਼ਨਲ ਮੀਡੀਆ ਵੀ ਰਿਕਾਰਡ ਕਰਦਾ ਆ। ਕੀ ਇਫੈਕਟ ਨੈਸ਼ਨਲ ਮੀਡੀਆ ਕਵੇ ਤਾਂ ਵੱਖਰੀ ਗੱਲ ਹੈ, ਪਰ ਜੇ ਇਹਨਾਂ ਦੇ ਵਿੱਚੋਂ ਕੋਈ ਆਗੂ ਕਹਿੰਦਾ ਹੈ ਤਾਂ ਉਹਦਾ ਕੀ ਇਫੈਕਟ ਪੈਂਦੇ ਨੇ? ਵੇਖੋ ਇਹਦਾ ਪ੍ਰਭਾਵ ਸੰਗਤ ਦੇ ਵਿੱਚ ਬੜਾ ਨਕਾਰਾਤਮਕ ਪੈਂਦਾ ਹੈ। ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਹੜਾ ਲੀਡਰ ਹੁੰਦਾ ਹੈ ਨਾ ਉਹਦੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ। ਲੋਕੀ ਇਹ ਮਹਿਸੂਸ ਕਰਦੇ ਨੇ ਕਿ ਜਿਹੜਾ ਇਸ ਸੰਘਰਸ਼ ਦੀ ਅਗਵਾਈ ਕਰ ਰਿਹਾ ਆਗੂ ਹੈ ਉਹ ਕਿਤੇ ਨਾ ਕਿਤੇ ਇੰਨਾ ਦਬਾਅ ਦੇ ਵਿੱਚ, ਇੰਨਾ ਭੈ ਦੇ ਵਿੱਚ ਆ ਚੁੱਕਾ ਹੈ ਕਿ ਉਹ ਆਪਣੀ ਜਿਹੜੀ ਹੋਰ ਹੀ ਡਿਸਕ੍ਰੈਡੀਬਿਲਿਟੀ ਹੈ ਨਾ ਉਹਦੀ ਜ਼ਿੰਮੇਵਾਰੀ ਲੋਕਾਂ ਦੇ ਉੱਪਰ ਸੁੱਟਣਾ ਚਾਹੁੰਦਾ ਹੈ। ਔਰ ਇਹ ਦੋ ਤਿੰਨ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਮੈਨੂੰ ਇੱਕ ਇਨਫੀਰੀਅਰਿਟੀ ਕੰਪਲੈਕਸ ਮਹਿਸੂਸ ਹੋਇਆ ਹੈ ਕਿ ਜਿਸ ਤਰ੍ਹਾਂ ਉਹ ਸੰਘਰਸ਼ ਨੂੰ ਜਾਬਤੇ ਦੇ ਵਿੱਚ ਰਹਿ ਕੇ ਜੇ ਉਹਦੀ ਅਗਵਾਈ ਨਹੀਂ ਕਰ ਸਕਦੇ ਜਾਂ ਉਹਦੇ ਕਰਨ ਦੇ ਸਮਰੱਥ ਨਹੀਂ ਹੈਗੇ ਨਾ, ਤੇ ਉਹ ਆਪਣੀਆਂ ਜਿਹੜੀਆਂ ਨਾਕਾਮੀਆਂ ਨੇ ਦੂਜਿਆਂ ਤੇ ਪਾ ਦਿੰਦੇ ਨੇ। ਇੱਥੇ ਸ਼ਰਾਰਤੀ ਅੰਸਰ ਬੈਠੇ ਨੇ, ਜੇ ਬੈਠੇ ਨੇ ਨਾਮ ਲੈ ਕੇ ਦੱਸਣ, ਕੋਈ ਵੀਡੀਓ ਦੱਸਣ ਜਿਹਦੇ ਵਿੱਚ ਕਿਸੇ ਨੇ ਉਕਸਾਇਆ ਹੋਵੇ, ਕਿਸੇ ਨੇ ਭੜਕਾਇਆ ਹੋਵੇ, ਖਾਲਿਸਤਾਨ ਦੀ ਗੱਲ ਕੀਤੀ ਹੋਵੇ, ਮਾਓਇਸਟਾਂ ਨੇ ਕਿਤੇ ਉਹਦੀ ਗੱਲ ਕੀਤੀ ਹੋਵੇ, ਕਿਤੇ ਕਿਸੇ ਨੂੰ ਇੱਥੇ ਹਿੰਸਕ ਤੌਰ ਤੇ ਉਕਸਾਉਣ ਦੀ ਗੱਲ ਆਈ ਹੋਵੇ। ਸੋ ਇਸ ਤਰ੍ਹਾਂ ਦੀ ਗੱਲ ਕਿਸੇ ਵੱਲੋਂ, ਤੁਸੀਂ ਵੀ ਵੇਖ ਰਹੇ ਹੋ ਰੋਜ਼ ਮੀਡੀਆ ਦੇ ਵਿੱਚ, ਕਿਸੇ ਵੱਲੋਂ ਨਹੀਂ ਆਈ। ਪਰ ਜਾਣ ਬੁੱਝ ਕੇ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਦੇ ਵਾਸਤੇ ਇਹਨਾਂ ਸ਼ਬਦਾਂ ਦਾ ਆਸਰਾ ਲੈਣਾ, ਮੈਨੂੰ ਲੱਗਦਾ ਹੈ ਕਿ ਸਾਡੇ ਨਾਲ ਤੇ ਉਹਨਾਂ ਨਾਲ ਨਫ਼ਰਤ ਹੋ ਸਕਦੀ ਹੈ ਸਾਡੇ ਪ੍ਰਤੀ, ਪਰ ਉਹਨਾਂ ਦਾ ਆਪਣੇ ਸੰਘਰਸ਼ ਪ੍ਰਤੀ ਵੀ ਇਹ ਵਿਸਾਖਘਾਤ ਹੈ। ਤੇ ਇਸੇ ਵਿਸਾਖਘਾਤ ਦਾ ਹੀ ਪ੍ਰਤੀਕਰਮ ਸੀ ਸ਼ਾਇਦ ਕਿ ਸਰਦਾਰ ਗੁਰਨਾਮ ਸਿੰਘ ਚਰੂਣੀ ਹੁਣਾਂ ਤੋਂ ਲੈ ਕੇ, ਸੁਰਜੀਤ ਫੂਲ ਹੁਣਾਂ ਤੋਂ ਲੈ ਕੇ, ਜਿਹੜੇ ਆਪਣੇ ਮਾਨਸਾ ਤੋਂ ਨੇ ਸਰਦਾਰ ਰੁਲਦੂ ਸਿੰਘ ਹੁਣੀ, ਉਹਨਾਂ ਨੂੰ ਵੀ ਮੁੜ ਕੇ ਉਹਨਾਂ ਗੱਲਾਂ ਦਾ ਖੰਡਨ ਕਰਕੇ ਜਿਹੜੇ ਸੀ ਥੋੜੇ ਸਖਤੀ 'ਚ ਬਿਆਨ ਦਾਗਣੇ ਪਏ, ਕਿਉਂਕਿ ਉਹ ਲੋਕ ਸਮਝਦੇ ਨੇ ਕਿ ਇਵੇਂ ਦੀਆਂ ਗੱਲਾਂ ਕਰਨ ਦੇ ਨਾਲ ਸੰਘਰਸ਼ ਦੀ ਲੀਡਰਸ਼ਿਪ ਤੋਂ ਲੈ ਕੇ ਲੋਕਾਂ ਤੱਕ ਜਿਹੜੇ ਨੇ ਮਨਭੇਦ ਔਰ ਮਤਭੇਦ ਪੈਦਾ ਹੋ ਸਕਦੇ ਨੇ। ਹਾਲਾਂਕਿ ਇੱਥੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਾਰੇ ਦੇ ਸਾਰੇ ਸੰਘਰਸ਼ ਵਿੱਚ ਇੱਕ ਹੀ ਮਤਲਬ ਮੋਟਿਵ ਲੈ ਕੇ ਬੈਠੇ ਹੋਏ ਨੇ, ਤੇ ਜਦੋਂ ਸਾਡੇ ਆਗੂ ਅਜਿਹੇ ਬਿਆਨਬਾਜ਼ੀ ਕਰਦੇ ਨੇ ਤਾਂ ਉਹਨਾਂ ਦੇ ਮਨਾਂ ਨੂੰ ਜਿਹੜੀ ਆ ਉਹ ਠੇਸ ਪਹੁੰਚਦੀ ਹੈ। ਇਸ ਤੋਂ ਇਲਾਵਾ ਜੇ ਅਸੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਤਾਂ ਸੁਪਰੀਮ ਕੋਰਟ ਵਿੱਚ ਵੀ ਕੇਂਦਰ ਸਰਕਾਰ ਵੀ ਕੁਝ ਅਜਿਹੇ ਹੀ ਵਕੀਲ ਦੇ ਦੁਆਰਾ ਬਿਆਨਬਾਜ਼ੀ ਕੀਤੀ ਜਾਂਦੀ ਹੈ ਕਿ ਉੱਥੇ ਫਲਾਣੇ ਸੰਬੰਧਿਤ ਨੇ, ਖਾਲਿਸਤਾਨ ਨਾਲ ਸੰਬੰਧਿਤ ਨੇ, ਜਾਂ ਉਹਨਾਂ ਨੂੰ ਸਪੋਰਟ ਹੈ, ਜਾਂ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਉੱਥੇ ਰੱਖੀਆਂ ਜਾਂਦੀਆਂ ਨੇ। ਜੇ ਰਾਜਨਾਥ ਸਿੰਘ ਦੀ ਗੱਲ ਕਰਦੇ ਹਾਂ, ਰਾਜਨਾਥ ਸਿੰਘ ਸਾਫ਼ ਤੌਰ ਤੇ ਕਹਿੰਦੇ ਨੇ ਉੱਥੇ ਕਿਸਾਨ ਬੈਠੇ ਨੇ, ਉਹੀ ਸਰਕਾਰ ਦੇ ਬੰਦੇ ਸੁਪਰੀਮ ਕੋਰਟ ਵਿੱਚ ਹੋਰ ਕਹਿੰਦੇ ਨੇ, ਉਹੀ ਸਰਕਾਰ ਦੇ ਬੰਦੇ ਜੇ ਅਸੀਂ ਗੱਲ ਕਰਦੇ ਹਾਂ ਇੰਟਰਵਿਊਜ਼ ਵਿੱਚ ਹੋਰ ਕਹਿੰਦੇ ਨੇ। ਸਰਕਾਰ ਅਜਿਹਾ ਕੰਮ ਕਿਉਂ ਕਰ ਰਹੀ ਆ? ਕਿਉਂਕਿ ਇੱਕ ਹੀ ਕਹਿੰਦੇ ਸ਼ਾਖਾ ਵਿੱਚੋਂ ਨਿਕਲੇ ਹੋਏ ਲੋਕ ਦੋ ਵੱਖ-ਵੱਖ ਬਿਆਨ ਦੇ ਰਹੇ ਨੇ।
ਇੱਕ ਪਾਸੇ ਕਿਸਾਨ ਨੇ, ਇੱਕ ਪਾਸੇ ਖਾਲਿਸਤਾਨ ਨੇ। ਹਾਲਾਂਕਿ ਹਰਿਆਣੇ ਵਾਲੇ ਨੇ, ਹਰਿਆਣੇ ਵਾਲੇ ਕੋਈ ਖਾਲਿਸਤਾਨ ਦੀ ਮੰਗ ਲੈ ਕੇ ਤਾਂ ਬੈਠ ਹੀ ਨਹੀਂ ਸਕਦੇ। ਕਿਸਾਨ ਆਗੂਆਂ ਦੀ ਗੱਲ ਕਰਦੇ ਆ ਜਾਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਕਾਨੂੰਨ ਰੱਦ ਕਰਾਉਣੇ ਨੇ ਸਭ ਦਾ ਮੋਟਿਵ। ਸਰਕਾਰ ਅਜਿਹੀ ਰਣਨੀਤੀ ਕਿਉਂ ਅਪਣਾ ਰਹੀ ਹੈ? ਬਿਲਕੁਲ ਸਾਹਮਣੇ ਸਾਫ਼ ਸਪਸ਼ਟ ਹੈ ਮੀਡੀਆ ਦੇ ਵਿੱਚ ਵੀ। ਆ ਵੇਖੋ, ਪਹਿਲੀ ਗੱਲ ਤੇ ਇਹ ਹੁੰਦੀ ਹੈ ਕਿ ਜਦੋਂ ਲੋਕ ਲਹਿਰ ਦੇ ਵਿੱਚੋਂ ਲੋਕ ਆਗੂ ਪੈਦਾ ਹੋ ਜਾਂਦੇ ਨੇ, ਹੁਣ ਆ ਜਾ ਕੇ ਜਿਹੜੇ ਆਗੂ ਨੇ ਇਹਨਾਂ ਦੀ ਏਕਤਾ ਦਾ ਤੇ ਇਹਨਾਂ ਦੇ ਬਲ ਦਾ ਜਿਹੜਾ ਮੂਲ ਕਾਰਨ ਤੇ ਹੀ ਹੈ ਨਾ ਕਿ ਸੰਗਤ ਪਿੱਛੇ ਹੈ, ਲੋਕ ਪਿੱਛੇ ਖੜੇ ਹੋਏ ਨੇ। ਸੋ ਪਹਿਲੀ ਗੱਲ ਤੇ ਇਹ ਕਿ ਜਦੋਂ ਚਾਹੇ ਉਹ ਸੁਪਰੀਮ ਕੋਰਟ ਦੇ ਵੱਲੋਂ ਦਾਇਰ ਕੀਤੀ ਰਿਟ ਦੇ ਵਿੱਚ ਇਵੇਂ ਦੀ ਗੱਲ ਆਉਂਦੀ ਹੈ ਕਿ ਇੱਥੇ ਖਾਲਿਸਤਾਨੀ ਜਾਂ ਇੱਥੇ ਰੈਡੀਕਲਸ ਨੇ, ਤਾਂ ਵੇਖੋ ਕੋਰਟ ਨੂੰ ਤਾਂ ਖੁਦ ਹੀ ਇਸ ਗੱਲ ਦੇ ਉੱਪਰ ਮੈਂ ਕਹਿੰਦਾ ਐਕਸ਼ਨ ਲੈਣਾ ਚਾਹੀਦਾ ਹੈ ਕਿ ਜਿੰਨੇ ਕੁ ਰੈਡੀਕਲ ਨੇ ਉਹ ਫਿਰ ਰੀਨਾਉਨ ਤਾਂ ਹੋਣਗੇ, ਉਹਨਾਂ ਨੂੰ ਜਾਣਦਾ ਤਾਂ ਹੋਵੇਗਾ ਕੋਈ, ਤਾਂ ਉਹਨਾਂ ਨੂੰ ਨਾਮ ਲੈ ਕੇ ਗੱਲ ਕਹਿਣੀ ਚਾਹੀਦੀ ਸੀ ਕਿ ਇੱਥੇ ਸੰਘਰਸ਼ ਦੇ ਵਿੱਚ ਫਲਾਣਾ ਅੰਸ਼ ਜਿਹੜਾ ਉਹ ਬੈਠਾ ਹੋਇਆ ਜਾਂ ਫਲਾਣਾ ਅਨਸਰ ਬੈਠਾ ਹੋਇਆ। ਸੋ ਆ ਜਾ ਕੇ ਇਹ ਜਿਹੜੀਆਂ ਸਟੇਟਮੈਂਟਸ ਜਿਹੜੀਆਂ ਜਾਂ ਇਹੋ ਜਿਹੀਆਂ ਜਿਹੜੀਆਂ ਰਿਟਾਂ ਦਾਇਰ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਦੇ ਵੱਲੋਂ ਇਵੇਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹਦੇ ਕਾਰਨ ਦੋ ਹੁੰਦੇ ਨੇ। ਪਹਿਲੀ ਗੱਲ ਤੇ ਇਹ ਹੁੰਦੀ ਹੈ ਕਿ ਜਦੋਂ ਇਵੇਂ ਦੀਆਂ ਗੱਲਾਂ ਆਉਂਦੀਆਂ ਨੇ ਸੰਗਤ ਦੇ ਵਿੱਚ, ਜਿਹੜੀ ਸੰਗਤ ਨੇ ਇਸ ਸੰਘਰਸ਼ ਦੇ ਨਾਲ ਜੁੜਨਾ ਹੁੰਦਾ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਮਨੋਬਲ ਡਿੱਗਣ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਕਿ ਨਹੀਂ, ਜੇਕਰ ਸਾਡੇ ਬੱਚੇ ਉੱਥੇ ਗਏ ਤੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਕੇਸ ਪਾ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੂਜੀ ਗੱਲ ਹੁੰਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਰਵਾਇਤੀ ਆਗੂ ਹੁੰਦੇ ਨੇ ਉਹਨਾਂ ਨੂੰ ਸਪੋਰਟ ਵੀ ਦੇਣੀ ਹੁੰਦੀ ਹੈ ਕਿ ਜੇਕਰ ਸੰਘਰਸ਼ ਦੀ ਅਸਫਲਤਾ ਹੁੰਦੀ ਹੈ ਤੇ ਅਸਫਲਤਾ ਦਾ ਜਿਹੜਾ ਕਾਰਨ ਹੈ ਉਹ ਰਵਾਇਤੀ ਆਪਣੇ ਜਿਹੜੇ ਕਿਸਾਨ ਆਗੂ ਨਹੀਂ ਹੋਣਗੇ, ਬਲਕਿ ਇੱਥੇ ਬੈਠੇ ਜਿਹੜੇ ਖਾਲਿਸਤਾਨੀ ਅਨਸਰ ਨੇ ਉਹ ਹੋਣਗੇ। ਸੋ ਇਹਦੇ ਵਿੱਚ ਦੋ ਜਿਹੜੇ ਨੇ ਇੱਕ ਨਿਸ਼ਾਨੇ ਦੇ ਉੱਪਰ ਤੀਰ ਚੱਲ ਰਹੇ ਹੁੰਦੇ ਨੇ। ਪਹਿਲਾ ਹੁੰਦਾ ਹੈ ਕਿ ਲੋਕਾਂ ਨੂੰ ਉਸ ਲਹਿਰ ਦੇ ਨਾਲੋਂ ਤੋੜਨਾ, ਤੇ ਦੂਜੀ ਗੱਲ ਲਹਿਰ ਦੀ ਅਸਫਲਤਾ ਦੇ ਵਿੱਚੋਂ ਆਪਣੇ ਪੱਖੀ ਜਿਹੜੇ ਲੀਡਰ ਨੇ ਉਹਨਾਂ ਨੂੰ ਸਫਲ ਕਰਕੇ ਕੱਢਣਾ। ਬਿਲਕੁਲ, ਇਹ ਸਨ ਸਾਡੇ ਨਾਲ ਡਾਕਟਰ ਉਦੋਕੇ। ਉਹਨਾਂ ਨੇ ਜਿਹੜੀਆਂ ਹੈਗੀਆਂ NIA ਤੇ ਸਪਸ਼ਟ ਕੀਤਾ ਹੈਗਾ ਕਿ ਸਰਕਾਰਾਂ ਜਿਹੜੀਆਂ ਨੇ ਜਾਂ NIA ਅਜਿਹੇ ਕਿਉਂ ਕਰ ਰਹੀ ਹੈ ਮਨੋਬਲ ਜਿਹੜਾ ਡਿੱਗਣ ਦੇ ਲਈ, ਕਿਉਂਕਿ ਕਿਸਾਨਾਂ ਦਾ ਇੱਕ ਹੀ ਮੋਟਿਵ ਹੈਗਾ ਕਿ ਕਾਨੂੰਨ ਰੱਦ ਕਰਾਉਣੇ ਨੇ ਤੇ 26 ਤਰੀਕ ਨੂੰ ਲੈ ਕੇ ਉਹ ਇੱਕ ਮਾਰਚ ਕਰ ਰਹੇ ਨੇ, ਇੱਕ ਸ਼ਾਂਤੀਪੂਰਵਕ ਮਾਰਚ ਕਰ ਰਹੇ ਨੇ, ਜਿਸ ਨੂੰ ਦੇਖ ਕੇ ਲੱਗਦਾ ਹੈ ਸਰਕਾਰ ਨੂੰ ਕਿ ਸ਼ਾਇਦ ਇਹ ਅਜਿਹੀ ਗਤੀਵਿਧੀ ਨੂੰ ਰੋਕਣ ਦੇ ਲਈ ਜੇ ਅਸੀਂ NIA ਦੇ ਦੁਆਰਾ ਨੋਟਿਸ ਕਢਾਵਾਂਗੇ ਤਾਂ ਹੋ ਸਕਦਾ ਹੈ ਕਿ ਇਹ ਡਰ ਕੇ ਜਿਹੜਾ ਆਪਣੇ ਮਾਨਸਿਕਤਾ ਉਹ ਥੋੜੀ ਡਾਊਨ ਕਰ ਲੈਣ ਤੇ 26 ਤਰੀਕ ਨੂੰ ਸ਼ਾਇਦ ਸੰਘਰਸ਼ ਕੁਝ ਤਿੱਖਾ ਹੋਣ ਦੀ ਬਜਾਏ ਜਿਹੜਾ ਉਹ ਡਿੱਗ ਪਵੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਜਿਨ੍ਹਾਂ ਤੇ ਚਾਨਣਾ ਪਾਇਆ ਡਾਕਟਰ ਉਦੋਕੇ ਨੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਲਵਿੰਦਰ ਕੌਰ।